ਲਿਆਓ ਚਾਹ ਪੁੱਟ। ਆਲੋ ਚਾਹ। ਅੱਜ ਜਲਦੀ ਹੋਇਆ ਆ ਗਏ। ਲਾਈਟ ਬਾਕੀ ਸੀ, ਮੈਂ ਸੋਚਿਆ ਚੱਲ ਚਾਹ ਹੀ ਪੀ ਆਵਾਂ। ਜਾਨਾ ਫਿਰ ਮੈਂ, ਕੀ ਪਤਾ ਕਦੋਂ ਆ ਜੇ ਲਾਈਟ। ਰੋਟੀ ਫਿਰ ਹੁਣ ਬਣਾਵਾਂ ਕਿ ਫਿਰ ਘਰੇ ਆ ਕੇ ਖਾ ਕੇ ਜਾਓਗੇ? ਨਾ ਮੈਂ ਵਿੱਚ ਦੀ ਆ ਜੂ, ਖਾ ਜੂਗਾ। ਚਲੋ ਫਿਰ ਮੈਂ ਕਰਦੀ ਆ ਕੰਮ। लवी आ लिया चाह यार, मैं लेट होना। आलो जी, पी लो चाह। ठीक है, लिया भरा। ਅੱਜ ਜੀ ਥੋੜਾ ਜਲਦੀ ਆ ਜਿਓ। क्यों की हो गया? ਆਪਾਂ ਨੇ ਨਾ ਬਾਜ਼ਾਰ ਜਾ ਕੇ ਆਉਣਾ ਹੈ। ਮੇਰਾ ਸਮਾਨ ਖਤਮ ਹੋਇਆ ਪਿਆ ਹੈ, ਮੇਕਅਪ ਦਾ, ਤੇ ਇੱਕ ਮੈਂ ਸੂਟ ਵੀ ਲੈ ਕੇ ਆਉਣਾ ਹੈ। ठीक है, मैं आ जाऊंगा उसमें। ਹਾਂਜੀ ਜਲਦੀ ਆ ਜਿਓ। ठीक है, ਚਲੋ ਜੀ ਤੁਸੀਂ ਪੀਓ ਚਾਹ। चंगा। ਚੱਲਿਆ ਛੋਟੇ। हाँ भाई चल लिया कि तू किमें स्नेहा जा के ਲਾਈਟ ਬਾਕੀ ਸੀ, ਮੈਂ ਘੁੱਟ ਚਾਹ ਪੀ ਆਵਾਂ। अच्छा अच्छा, ਹਾਂ ਚੱਲਦੇ ਆ, ਖੜ ਜਾ 2 ਮਿੰਟ। ठीक है, ਆ ਚੱਲੀਏ। चल। ਲਵੀ ਕੀ ਕਰਦੀ ਸੀਗੀ? ਦੀਦੀ ਚੌਲ ਬਣਾਉਣ ਲੱਗੀ ਸੀਗੀ। ਚੌਲ ਤਾਂ ਮੈਂ ਆਪੇ ਬਣਾਉਣ, ਨਾਲੇ ਰੋਟੀ ਟੁੱਕ ਮੈਂ ਕਰ ਲੈਣੀ ਹੈਗੀ। ਤੂੰ ਜਾ ਕੇ ਨਾ ਸਫਾਈਆਂ ਕਰ ਲਾ, ਆਹ ਸਾਰਾ ਚੱਕ ਧਰ ਕਰਨ ਵਾਲਾ ਪਿਆ ਹੈਗਾ, ਤੇ ਝਾੜੂ ਪੋਚਾ ਕਰ ਲਾ ਮਾੜਾ ਜਿਹਾ, ਇਹ ਮੈਂ ਕਰ ਲੈਣੀ ਕੰਮ। ਠੀਕ ਹੈ ਦੀਦੀ, ਕਰ ਲੈਣੀ ਹੈ। मम्मा की बना रहे हो? ਮੈਂ ਕਿਹਾ ਤੂੰ ਚਾਹ ਬਣਾਉਣੀ ਆ। मम्मा मैंने चावल नहीं खाने, मैंने पराठे खाने हैं। ਚੱਲ ਠੀਕ ਆ ਪੁੱਤ। ਕਰ ਲਓ ਸਫਾਈਆਂ। ਰਸੋਈ ਦਾ ਕੰਮ ਤਾਂ ਆਪ ਕਹਿੰਦੀ ਮੈਂ ਕਰ ਲੂੰਗੀ। ਆ ਮੈਨੂੰ ਮਿੱਟੀ ਘੱਟੀ ਚ ਪਾੜਤਾ। ਇਹ ਨਹੀਂ ਮੇਰੀ ਕੋਈ ਗੱਲ ਸੁਣਦੇ ਹੈਗੇ। ਸਾਰਾ ਦਿਨ ਵੀਰਾ ਭਾਬੀ ਬਾਈ ਭਾਬੀ ਇਹੀ ਕਰੀ ਜਾਂਦੇ ਨੇ। ਜਿੰਨੀ ਇਹ ਭੋਲੀ ਦਿਖਦੀ ਹੈ ਨਾ, ਉਨੀ ਹੈ ਨਹੀਂਗੀ। ਸਿਖਾਲੇ ਕੰਮ ਤਾਂ ਆਪ ਕਰਨ ਲੱਗ ਜਾਂਦੀ ਹੈ। ਜਿਹੜਾ ਕੋਈ ਨਹੀਂ ਕਰਿਆ ਜਾਂਦਾ ਉਹ ਕਹਿੰਦੀ ਹੈ ਤੂੰ ਕਰ ਲਾ। ले लिया पानी। ਫਿਰ ਆਪਾਂ ਬਾਜ਼ਾਰ ਚੱਲਾਂਗੇ। यार तनख्वाह तो मिली नहीं अज, बाजार किवें वग जांगे?
ਲੈ ਜੀ ਤੁਸੀਂ ਮੈਨੂੰ ਕਹਿ ਕੇ ਤਾਂ ਗਏ ਸੀ ਵੀ ਅੱਜ ਚੱਲਾਂਗੇ। ਉਹ ਮੈਨੂੰ ਆਏ ਸੀ ਵੀ ਅੱਜ ਬੌਸ ਸਾਡਾ ਦੇ ਦੂਗਾ ਤਨਖਾਹ। ਉਹ ਜਦੋਂ ਮਿਲ ਗਈ ਤਨਖਾਹ ਉਦੋਂ ਬਾਅਦ ਚੱਲਾਂਗੇ ਆਪਾਂ। ਲੈ ਭਾਈ। ਪਾਣੀ ਲਿਆਵਾਂ? ਹਾਂ ਲਿਆ ਪਾਣੀ ਪੀ ਲੈਨੇ ਆ। ਆ ਲਓ ਪਾਣੀ। ਆਪਣੀ ਪਹਿਲਾਂ ਵਾਲੀ ਫਸਲ ਦਾ ਹਿਸਾਬ ਕਿਤਾਬ ਕਰ ਲਿਆ ਆੜਤੀਏ ਨਾਲ? ਹਾਂ ਉਹ ਤਾਂ ਕਰ ਲਿਆ। ਐਤਕੀ ਕਿਵੇਂ ਰਿਹਾ ਫਿਰ ਹਿਸਾਬ ਕਿਤਾਬ? ਕੁਝ ਬਚਿਆ ਆਪਾਂ ਨੂੰ? ਬਚਿਆ ਐਤਕੀ ਮੈਂ ਤਾਂ ਐ ਚਾਹੁੰਦਾ ਵੀ 2-3 ਵਿਗੇ ਲੈ ਲਈ ਆਪਾਂ ਮੁੱਲ, ਨਾਲੇ ਐ ਹੌਲੀ ਹੌਲੀ ਆਪਣੇ ਕੋਲ ਬਾਣ ਵਧੀਆ ਹੋ ਜਾਊਗਾ। ਚੱਲ ਵਧੀਆ, ਸਗੋਂ ਦੀ ਤੁਹਾਡੇ ਦੋਹੇ ਭਰਾਵਾਂ ਦਾ ਵਧੀਆ ਸਰ ਜੂਗਾ। ਹਾਂ ਨਾਲੇ ਜਿਹੜੀ ਚੀਜ਼ ਇਕੱਠ 'ਚ ਬਣ ਜਾਂਦੀ ਹੈ ਨਾ, ਉਹ ਚੀਜ਼ ਇਕੱਲਿਆਂ ਤੋਂ ਨਹੀਂ ਬਣਦੀ। ਉਹ ਘਰ ਦਾ ਖਰਚਾ ਚੱਕੀ ਜਾਂਦਾ, ਮੈਂ ਖੇਤੀ ਦੇ ਪੈਸੇ ਆਮਦਨ ਨਾਲ ਸਾਰੀ ਜ਼ਮੀਨ ਬਣਾਉਣਾ। ਇਹ ਇਕੱਠੇ ਰਹਿ ਕੇ ਹੀ ਸਾਰਾ ਕੁਝ ਹੁੰਦਾ। ਜਿਹੜੇ ਇਕੱਠੇ ਨਹੀਂ ਰਹਿੰਦੇ ਉਹਨਾਂ ਦਾ ਕੁਝ ਨਹੀਂ ਬਣਦਾ, ਗੁਜ਼ਾਰੇ ਨਹੀਂ ਹੁੰਦੇ ਲੋਕਾਂ ਦੇ। ਅਸੀਂ 2 ਭਾਈ ਕਮਾਉਂਦੇ ਆ ਤਾਂ 4 ਪੈਸੇ ਜੋੜਦੇ ਆ ਤਾਂ ਜ਼ਮੀਨ ਬਣਦੀ ਹੈ। ਗੱਲ ਤਾਂ ਤੇਰੀ ਠੀਕ ਆ, ਇਕੱਠ ਵਰਗੀ ਮੌਜ ਨਹੀਂ ਹੁੰਦੀ। ਹਾਂ ਚੱਲ ਕਰ ਲੈ ਕੰਮ, ਮੈਂ ਬਿੰਦਰ ਆਰਾਮ ਕਰ ਲੈਣਾ। ਤੁਸੀਂ ਇੱਥੇ ਬਹਿ ਕੇ ਕੀ ਕਰਨਾ ਹੈ? ਉਰੇ ਤਾਂ ਮੱਖੀਆਂ ਬਹੁਤ ਨੇ, ਅੰਦਰ ਹੀ ਆਰਾਮ ਕਰ ਲਓ। ਚਲ ਅੰਦਰ ਕਰ ਲੈਣਾ। ਬਾਈ ਆ ਜਾ ਮਾੜੀ ਮੇਰੀ ਗੱਲ ਸੁਣ ਬਹਿ ਕੇ। ਆਉਣਾ ਆ ਲੈ ਬਾਈ ਤਨਖਾਹ ਮਿਲੀ ਸੀ ਮੈਨੂੰ, ਲੈ ਸਾਂਭ। ਛੋਟੇ ਤੂੰ ਮੇਰੀ ਗੱਲ ਸੁਣ, ਹੁਣ ਤੂੰ ਵਿਆਹਿਆ ਵਰਿਆ ਹੋ ਗਿਆ, ਤੇਰੇ ਵੀ ਖਰਚੇ ਨੇਗੇ। ਤੂੰ ਇਹ ਪੈਸੇ ਆਪਦੇ ਉੱਥੇ ਘਰਦਿਆਂ ਨੂੰ ਦੇ। ਦੇਖ ਬਾਈ ਮੈਂ ਤਾਂ ਇਹ ਸਮਝਦਾ ਵੀ ਜਦੋਂ ਦੇ ਆਪਾਂ ਨੂੰ ਮਾਂ-ਬਾਪ ਛੱਡ ਕੇ ਗਏ ਨੇ, ਉਸ ਤੋਂ ਬਾਅਦ ਮੇਰਾ ਸਭ ਕੁਝ ਤੂੰ ਹੀ ਹੈ। ਮੈਂ ਤਾਂ ਕਰਕੇ ਤੈਨੂੰ ਫੜਾਉਣਾ ਪੈਂਦਾ ਵੀ ਤੂੰ ਆਪਦੇ ਕੋਲੇ ਰੱਖ, ਜਦੋਂ ਮੈਨੂੰ ਲੋੜ ਹੋਈ ਮੈਂ ਤੇਤੋਂ ਲੈ ਲੂੰ। ਉਹ ਤਾਂ ਗੱਲ ਤੇਰੀ ਠੀਕ ਹੈ, ਪਰ ਛੋਟੇ ਸੋਚ, ਹੁਣ ਤੇਰੇ ਵੀ ਖਰਚੇ ਨੇਗੇ। ਤੂੰ ਕਿੱਥੇ ਮੈਥੋਂ ਮੰਗਦਾ ਫਿਰੇਗਾ ਹੈ? ਘਰੇ ਤੈਨੂੰ ਕੋਈ 100 ਲੋੜ ਆ। ਦੇਖ ਬਾਈ ਜਦੋਂ ਲੋੜ ਹੋਈ ਮੈਂ ਤੇਤੋਂ ਮੰਗ ਲੂੰ ਆਪੀ ਪੈਸੇ। ਤੂੰ ਕਿਹੜਾ ਹੁਣ ਘਰ ਛੱਡ ਕੇ ਕਿਤੇ ਹੋਰ ਜਾਣ ਲੱਗਿਆ? ਆਪਾਂ ਇਕੱਠੇ ਤਾਂ ਰਹਿੰਦੇ ਆ ਦੋਨੇ ਭਰਾ ਹੈ। ਲੈ ਫੜ ਤੂੰ ਆਪਦੇ ਕੋਲੇ ਰੱਖ, ਜਦੋਂ ਮੈਨੂੰ ਮਾੜੀ ਮੋਟੀ ਲੋੜ ਹੋਈ ਮੈਂ ਤੈਨੂੰ ਦੱਸ ਦੂੰਗਾ ਜੀ। ਚਲ ਠੀਕ ਆ, ਕਰ ਲੈ ਆਰਾਮ। ਵਾਹ ਮੇਰੇ ਰੱਬਾ, ਸ਼ੁਕਰ ਹੈ ਤੇਰਾ, ਜਿਹੋ ਜਿਹਾ ਸਾਡੇ ਘਰ 'ਚ ਪਿਆਰ ਆ ਨਾ ਦੋਨੇ ਭਰਾਵਾਂ ਦਾ, ਇਹੋ ਜਿਹਾ ਸਾਰਿਆਂ 'ਚ ਰਹੇ, ਸਾਰਿਆਂ 'ਚ ਰਹੇ ਮੇਰੇ ਮਾਲਕਾ। ਸਾਡੇ ਪਿਆਰ ਨੂੰ ਕਿਸੇ ਦੀ ਨਜ਼ਰ ਨਾ ਲੱਗ ਜੇ। ਇਹ ਘਰ ਨੂੰ ਇਦਾਂ ਹੀ ਖੁਸ਼ੀਆਂ ਦਿੰਦਾ ਰਹੀ ਰੱਬਾ ਮੇਰਿਆ, ਇਦਾਂ ਹੀ ਖੁਸ਼ੀਆਂ ਦਿੰਦਾ ਰਹੀ। ਨਾ ਮਿਲ ਗਈ ਤਨਖਾਹ ਜੀ? ਹਾਂ ਮਿਲ ਗਈ, ਮੈਂ ਬਾਹਰੇ ਬਾਈ ਨੂੰ ਫੜਾਤੀ। ਉਹ ਤਾਂ ਮੈਂ ਦੇਖ ਲਿਆ ਸੀ ਤੁਹਾਨੂੰ। ਨਾ ਤੁਸੀਂ ਆਪਦੇ ਕੋਲੇ ਰੱਖ ਲੈਂਦੇ, ਤੁਹਾਨੂੰ ਆਈ ਨਹੀਂ ਪਤਾ ਸੀਗਾ ਵੀ ਮੈਂ ਕਿੰਨੀਆਂ ਚੀਜ਼ਾਂ ਲੈ ਕੇ ਆਉਣੀਆਂ ਨੇ। ਆਉਣ ਸਾਰ ਕਾਹਲੀ ਪੈ ਗਈ ਤੁਹਾਨੂੰ। ਉਹ ਯਾਰ ਜੇ ਲੋੜ ਹੋਈ ਫਿਰ ਮੰਗ ਲਾਂਗੇ ਆਪਾਂ ਬਾਈ ਤੋਂ, ਉਹ ਕਿਹੜਾ ਜਵਾਬ ਦਿੰਦਾ। ਨਾ ਪਹਿਲਾਂ ਹੀ ਆਪਦੇ ਕੋਲੇ ਰੱਖ ਲੈਂਦੇ, ਕੀ ਕਾਹਲੀ ਪਈ ਸੀ ਤੁਹਾਨੂੰ? ਕਦੇ ਨਹੀਂ ਸੋਚਦੇ ਹੈਗੇ ਵੀ ਸਾਨੂੰ ਵੀ ਲੋੜ ਹੁੰਦੀ ਹੈ, ਆਪਾਂ ਨੂੰ ਵੀ ਆਪਦੇ ਕੋਲੇ ਲੋੜ ਹੈ, ਰੱਖੋ 2 ਪੈਸੇ। ਆਉਣ ਸਾਰ ਸਾਰੀ ਉਹਨਾਂ ਦੀ ਜੇਬ 'ਚ ਪਾ ਦਿੰਦੇ ਹੋ। ਉਹ ਮੇਰਾ ਵੱਡਾ ਭਾਈ ਆ, ਉਹ ਬਾਪਾਂ ਵਰਗਾ ਮੇਰਾ, ਤਾਂ ਕਰਕੇ ਉਹਨੂੰ ਫੜਾਉਣਾ ਮੈਂ ਵੀ ਘਰ ਦੇ ਵਿੱਚੋਂ ਸਿਆਣੇ ਬੰਦੇ ਦੇ ਹੱਥ 'ਚ ਪੈਸੇ ਹੋਣ। ਸਾਰਾ ਘਰ ਸਾਂਭਦਾ ਉਹ, ਕਬੀਲਦਾਰੀ ਦਾ ਉਹਨੂੰ ਪਤਾ ਹੈ। ਸਾਰੀ ਉਮਰ ਉਹਨਾਂ ਨੂੰ ਹੀ ਦੇਈ ਜਾਇਓ, ਆਪਦਾ ਨਾ ਕੁਝ ਬਣਾਇਓ, ਆਪਦੇ ਜਵਾਕਾਂ ਦਾ ਨਾ ਸੋਚਿਓ।
ਉਹ ਸਭ ਬਣ ਜੂਗਾ, ਠੀਕ ਹੈ। ਉਹ ਕਿਹੜਾ, ਮੈਂ ਤੈਨੂੰ ਉਹੀ ਕਹੀ ਜਾਂਦਾ ਵੀ ਉਹ ਕਿਹੜਾ ਜਵਾਬ ਦਿੰਦਾ, ਤੂੰ ਜਿੰਨੇ ਮਰਜ਼ੀ ਪੈਸੇ ਮੰਗ ਲੈ ਤੂੰ। ਪਹਿਲਾਂ ਦੇ ਦਈਏ ਜੀ, ਬਾਅਦ ਚ ਫਿਰ ਮੰਗਣੇ, ਇਹ ਕੋਈ ਚੰਗੀ ਗੱਲ ਹੈ? ਨਾ ਮੰਗਣ ਨੂੰ ਉਹ ਕਿਹੜਾ ਬਗਾਨਾ ਹੈ, ਘਰ ਦੇ ਹੀ ਆ ਉਹ। ਜੇ ਮੇਰੀ ਮਾਂ ਜਿਉਂਦੀ ਹੁੰਦੀ ਜਾਂ ਮੇਰਾ ਬਾਪੂ ਜਿਉਂਦਾ ਹੁੰਦਾ, ਉਹ ਤੋਂ ਵੀ ਤਾਂ ਮੰਗਦੀ ਹੀ ਆਪਾਂ। ਨਾ ਉਹਨਾਂ ਦਾ ਕੀ ਪਤਾ ਜੀ ਕਦੋਂ ਬਦਲ ਜਾਣ। ਤੁਸੀਂ ਹੁਣ ਲਿਆਉਂਦੇ ਹੋ ਪੈਸਾ, ਉਹਨਾਂ ਨੂੰ ਫੜਾ ਦਿੰਦੇ ਹੋ, ਆਪਦੇ ਕੋਲੇ ਪੰਜੀ ਰੱਖਦੇ ਨਹੀਂ ਹੈਗੇ। ਉਹਨਾਂ ਨੇ ਆਪਦਾ ਘਰ ਭਰ ਲੈਣਾ, ਆਪਾਂ ਉਹ ਜਿਹੇ ਦੇ ਉਹ ਜਿਹੇ ਰਹਿ ਜਾਾਂਗੇ। ਮੈਥੋਂ ਨਹੀਂ ਇਹ ਹੋਰ ਸੇਹਾ ਜਾਂਦਾ ਹੈਗਾ। ਚੁੱਪ ਕਰਕੇ ਆਪਦਾ ਪੈਸਾ ਆਪਦੇ ਕੋਲੇ ਰੱਖੋ, ਆਪਦਾ ਅੱਡ ਹੋ ਜਾਓ। ਦੇਖ ਅੱਡ ਉੱਡ ਤਾਂ ਮੈਂ ਹੁੰਦਾ ਨਹੀਂ, ਤੈਨੂੰ ਜਿੰਨੇ ਪੈਸਿਆਂ ਦੀ ਲੋੜ ਆ ਮੈਂ ਬਾਈ ਤੋਂ ਹੁਣ ਲੈ ਆਉਣਾ ਜਾ ਕੇ। ਦੇਖੋ ਜੀ, ਹੁਣ ਮੈਂ ਵਿੱਚ ਨਹੀਂ ਰਹਿ ਸਕਦੀ, ਜਦ ਤੱਕ ਹੋ ਜਾਓ ਅੱਡ, ਨਹੀਂ ਮੈਂ ਤਾਂ ਆਪਦੇ ਪੇਕੇ ਚੱਲੀ ਆ। ਇਹ ਸਾਡੇ ਵਾਲਾ ਛੋਟਾ ਇੱਥੇ ਕੀ ਕਰਦਾ? ਅੱਗੇ ਤਾਂ ਕਦੇ ਇਹ ਆਇਆ ਨਹੀਂ ਖੇਤ। ਪੁੱਛਦਾ ਘਰੇ ਤਾਂ ਨਹੀਂ ਕੋਈ ਗੱਲ ਹੋ ਗਈ? ਛੋਟਿਆ ਤੂੰ ਇੱਥੇ ਕੀ ਕਰਦਾ? ਉਹ ਬਸ ਬਾਈ ਮੈਂ ਤਾਂ ਉਹੀ ਆ ਗਿਆ ਤੀ ਗੇੜਾ ਮਾਰਨਾ। ਤੂੰ ਕਿਵੇਂ ਆ ਗਿਆ? ਸੁੱਖਾ ਘਰੇ? ਘਰੇ ਕਾਦੀ ਸੁੱਖ ਹੈ ਬਾਈ? ਹਾਂ ਕੀ ਹੋ ਗਿਆ? ਉਹ ਯਾਰ ਉਹ ਕਹਿੰਦੀ ਅੱਡ ਹੋਣਾ ਸਾਤੋਂ ਐ ਗੁਜ਼ਾਰਾ ਨਹੀਂ ਹੁੰਦਾ। ਉਹ ਮੈਂ ਤੈਨੂੰ ਤਨਖਾਹ ਨਹੀਂ ਫੜਾ ਦਿੰਦਾ ਲਿਆ ਕੇ। ਹਾਂ ਉਹ ਕਹਿੰਦੀ ਆ ਤੂੰ ਸਾਰੇ ਪੈਸੇ ਆਪਦੇ ਭਰਾ ਨੂੰ ਫੜਾ ਦਿੰਦਾ, ਸਾਨੂੰ ਮੰਗਣੇ ਔਖੇ ਲੱਗਦੇ ਨੇ, ਐ ਹੁੰਦਾ। ਬਸ ਉਹਨਾਂ ਗੱਲਾਂ ਨੇ ਯਾਰ ਪਰੇਸ਼ਾਨ ਕਰ ਰੱਖਿਆ ਮੈਨੂੰ ਤਾਂ। ਅੱਡ ਹੋਣ ਨੂੰ ਫਿਰਦੀ ਆ ਹੁਣ। ਤੇ ਤਨਖਾਹ ਕਿਹੜਾ ਮੈਂ ਸਾਰੀ ਘਰੇ ਰੱਖ ਲੈਣਾ, ਤੁਹਾਡੇ ਹੀ ਕੁਛ ਬਣਾਉਣ। ਬਾਈ ਮੈਂ ਤਾਂ ਉਹਨੂੰ ਸਾਰੀਆਂ ਗੱਲਾਂ ਸਮਝਾਈਆਂ ਨੇ। ਅੱਡ ਹੋ ਕੇ ਕੀ ਕਰ ਲਓਗੇ? ਇੱਥੇ ਏਕੇ ਦੇ ਵਿੱਚ ਹੀ ਸਭ ਕੁਝ ਬਣਦਾ। ਜੇ ਆਪਾਂ ਇਕੱਠੇ ਆ ਤਾਂ ਕੁਝ ਬਣ ਜੂ ਆਪਣਾ। ਅੱਡ ਹੋ ਕੇ ਕੀ ਦੇਖ ਲਓਗੇ ਤੁਸੀਂ? ਉਹ ਬਾਈ ਮੇਰਾ ਆਪਦੇ ਨਹੀਂ ਦਿਲ ਕਰਦਾ ਅੱਡ ਹੋਣ ਦਾ। ਉਹ ਤਾਂ ਉਸੇ ਨੇ ਜ਼ੋਰ ਪਾ ਰੱਖਿਆ, ਕਹਿੰਦੀ ਤੂੰ ਜਾ ਕੇ ਗੱਲ ਕਰ। ਹੁਣ ਨਾ ਤਾਂ ਮੈਂ ਤੇਰੇ ਨਾਲ ਗੱਲ ਕਰ ਸਕਦਾ, ਮੈਂ ਤਾਂ ਆਪ ਪਰੇਸ਼ਾਨ ਹੋਇਆ ਉਰੇ ਆ ਗਿਆ ਇੱਥੇ। ਚੱਲ ਤੂੰ ਪਰੇਸ਼ਾਨ ਨਾ ਹੋ, ਠੀਕ ਹੈ? ਦਿਮਾਗ ਤੇ ਬੋਝ ਨਾ ਪਾ। ਜੇ ਅੱਡ ਹੋਣ ਨੂੰ ਕਹਿੰਦੀ ਆ ਤੂੰ ਅੱਡ ਹੋ ਜਾ, ਕੁਛ ਨਹੀਂ ਹੁੰਦਾ। ਆਪਾਂ ਊਂ ਤਾਂ ਇਕੱਠੇ ਆ, ਪਿਆਰ ਤਾਂ ਵੰਡਿਆ ਨਹੀਂ ਜਾਂਦਾ ਆਪਣਾ। ਉਹ ਤਾਂ ਤੇਰੀ ਗੱਲ ਸਹੀ ਆ ਬਾਈ। ਹਾਂ ਇਹਨੇ ਲੜਾਈ ਟਿਕ ਜੂਗੀ, ਸਾਲ 6 ਮਹੀਨਿਆਂ 'ਚ ਆਪਾਂ ਦੇਖ ਲਾਂਗੇ, ਠੀਕ ਹੈ? ਨਾਲੇ ਉਹਨੂੰ ਪਤਾ ਲੱਗ ਜੂ ਅੱਡ ਹੋ ਕੇ। ਹਾਂ ਠੀਕ ਹੈ ਗੱਲ ਤੇਰੀ। ਹਾਂ ਘਰੇ ਕਲੇਸ਼ ਨਹੀਂ ਪਾਉਣਾ, ਚੁੱਪ ਚਪੀਤੇ ਜਿਹੜਾ ਕੁਝ ਹੈਗਾ ਆਪਦਾ ਵੰਡ ਲੈ। ਚਲ ਆਹੋ ਇੱਕ ਵਾਰੀ ਦੇਖ ਲੈਣ ਦੇ ਉਹਨੂੰ। ਹਾਂ ਲੜਾਈ ਮਟਾ ਕੇ ਰਾ। ਠੀਕ ਹੈ ਚੱਲ ਮੈਂ ਤੇਰੇ ਤੇ ਛੱਡ ਦਿੰਦਾ ਗੱਲ, ਚਾਹੇ ਆ ਉੱਪਰਲੀ ਲੈ ਲਾ ਚਾਹੇ ਇੱਧਰਲੀ ਲੈ ਲਾ ਜ਼ਮੀਨ, ਦੋਨੇ ਇੱਕੋ ਜਿਹੇ ਟੱਕ ਨੇਗੇ। ਜਿਹੜਾ ਤੈਨੇ ਸਾਂਭਣਾ ਉਹ ਸਾਂਭ ਲਾ। ਚੱਲ ਬਾਈ ਮੈਨੂੰ ਤਾਂ ਜਿਹੜਾ ਮਰਜ਼ੀ ਦੇ ਦੇ। ਨਾ ਤੂੰ ਦੇਖ ਲਾ ਆਪਦਾ, ਫਿਰ ਕੱਲ ਨੂੰ ਤੈਨੂੰ ਕਹੇ ਉਹ ਵੀ ਆ ਮੈਨੂੰ ਮਾੜੀ ਦੇਤੀ ਜਾਂ ਚੰਗੀ ਦੇਤੀ, ਠੀਕ ਹੈ? ਆਪਦਾ ਦੇਖ ਕੇ ਲੈ ਲਾ, ਠੀਕ ਹੈ? ਮੈਂ ਬਾਹਰਿਆ ਕਰੂੰਗਾ, ਤੈਨੂੰ ਠੇਕਾ ਦੇ ਦਿਆ ਕਰੂੰਗਾ। ਚੱਲ ਠੀਕ ਹੈ ਬਾਈ, ਮੈਨੂੰ ਫਿਰ ਉੱਪਰ ਲਈ ਛੱਡ ਦੇ, ਮੈਂ ਤਾਂ ਉਹ ਹਾਂ ਆਪਦਾ ਜਿਹੜਾ ਦੇਖ ਕੇ ਲੈ ਲਾ, ਠੀਕ ਹੈ ਨਾ? ਉੱਪਰਲਾ ਲੈ ਲਾ ਤੂੰ। ਠੀਕ ਹੈ ਬਾਈ ਠੀਕ ਹਾਂ ਹੈ। ਚੱਲ ਬਾਕੀ ਜਿਹੜਾ ਘਰੇ ਕਰਨਾ ਅੱਡ ਸਮਾਨ ਉਹ ਆਪਾਂ ਘਰੇ ਦੇਖ ਲਾਂਗੇ ਜਾ ਕੇ। ਹਾਂ ਉਹ ਤੂੰ ਆਪਦਾ ਜਿਵੇਂ ਉਹਨੂੰ ਠੀਕ ਲੱਗਦਾ ਉਵੇਂ ਕਰ ਲੈ। ਚੱਲ ਠੀਕ ਹੈ ਬਾਈ, ਚੰਗਾ। ਸਤਿ ਸ੍ਰੀ ਅਕਾਲ। ਹੋ ਠੀਕ ਹੈ ਬੱਚਾ? ਕੀ ਖਾ ਲਾ? ਕੋਈ ਜਵਾਕ ਦਿੰਦਾ ਹੀ ਨਹੀਂ ਹੈਗਾ। ਭੂਆ ਜੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਬੈਠੋ ਮੈਂ ਪਾਣੀ ਲੈ ਕੇ ਆਉਂਦੀ ਹਾਂ। ਲੈ ਭੂਆ ਜੀ ਪਾਣੀ ਪੀ ਲਓ। ਕੋਈ ਹੋਰ ਲੈ ਕੇ ਆਵਾਂ ਪਾਣੀ? ਨਾ ਬਸ ਆ ਲੈ ਆ ਨਾਲੇ ਜਵਾਕਾਂ ਵਾਸਤੇ ਕੇਕ ਲੈਣੇ। ਠੀਕ ਹੈ। ਹੋਰ
ਮਾਰ ਕੇ। ਹੋਰ ਦੱਸ ਘਰ 'ਚ ਸੁੱਖ ਸਾਂਦ ਹੈ? ਹਾਂ ਭੂਆ ਜੀ ਸਭ ਠੀਕ ਠਾਕ ਆ। ਅੱਛਾ, ਉਹ ਦੂਜੇ ਨਹੀਂ ਜਵਾਕ ਦੀਂਦੇ ਹੈਗੇ ਨਾ, ਘਰ 'ਚ ਕੋਈ ਰੌਣਕ ਹੈ। ਗੱਲ ਕੀ ਹੈ? ਗੱਲ ਕੀ ਹੋਣੀ ਆ ਭੂਆ ਜੀ, ਜਦੋਂ ਤੁਸੀਂ ਛੇੜ ਹੀ ਲਈ ਹੁਣ ਤੁਹਾਨੂੰ ਮੈਂ ਦੱਸ ਹੀ ਦਿੰਨੀ ਆ। ਦੱਸ ਕੁੜੇ, ਇਹ ਜੀ ਕਿਹੜੀ ਗੱਲ ਹੋ ਗਈ? ਇਹ ਜੀ ਕੀ ਗੱਲ ਹੈ? ਜਿਹੜੀ ਆਪਣੀ ਭੂਆ ਦੀ ਛੋਟੀ ਬਹੂ ਹੈ ਹਾਂ। ਹੈਪੀ ਵਾਲੀ, ਹਾਂ। ਉਹਨੇ ਸਾਰਾ ਟੱਬਰ ਹੀ ਅੱਡ ਕਰਾਤਾ। ਹੈ? ਅੱਛਾ। ਹੋਰ ਭੂਆ ਜੀ ਉਹਨੇ ਤਾਂ ਕਿੰਨੇ ਚਿਰ ਦਾ ਕਲੇਸ਼ ਪਾ ਰੱਖਿਆ ਸੀਗਾ, ਮੈਂ ਅੱਡ ਹੋਣਾ, ਮੈਂ ਅੱਡ ਹੋਣਾ, ਹੁਣ ਅੱਡ ਹੋ ਹੀ ਰਹੀ। ਇਹ ਤਾਂ ਕੁੜੇ ਮਾੜੀ ਗੱਲ ਹੈ ਉਹਦੀ। ਮਾੜੀ ਗੱਲ ਤਾਂ ਹੈਗੀ ਆ ਭੂਆ ਜੀ, ਹੁਣ ਅੱਡ ਹੋ ਕੇ ਨਾ ਖੰਗਲ ਹੋਏ ਪਏ ਨੇ, ਇੱਕ ਪੰਜੀ ਨਹੀਂ ਉਹਨਾਂ ਲਵੇ ਹੈਗੀ। ਹੁਣ ਜਿਹੜੀ ਡਿਊਟੀ ਸੀਗੀ ਲਾਕਡਾਊਨ ਕਰਕੇ ਉਹ ਵੀ ਚਲੀ ਗਈ, ਹੁਣ ਤਾਂ ਕੰਮ ਬਿਲਕੁਲ ਹੀ ਬੰਦ ਹੋਇਆ ਪਿਆ, ਹੁਣ ਤਾਂ ਵਿਹਲਾ ਬੈਠਾ ਘਰੇ ਉਹ। ਸੁੱਖ ਨਾਲ ਜ਼ਮੀਨ ਦਾ ਠੇਕਾ ਤਾਂ ਆਉਂਦਾ ਹੀ ਹੈ। ਠੇਕਾ ਤਾਂ ਲੈਣ ਦੇਣ 'ਚ ਹੀ ਨਿਕਲ ਗਿਆ ਇਹਨਾਂ ਦਾ। ਉਹਨੇ ਤਾਂ ਅੱਡ ਹੋ ਕੇ ਫੱਟੇ ਚੱਕ ਤੇ ਖਰਚੇ ਦੇ ਖੁੱਲੇ ਖਰਚੇ ਕਰੇ ਉਹਨੇ ਤਾਂ। ਹੁਣ ਤਾਂ ਭੂਆ ਜੀ ਉਹਨਾਂ ਕੋਲ ਪੰਜੀ ਵੀ ਨਹੀਂ ਰਹੀ ਹੈਗੀ। ਅੱਛਾ, ਮੈਂ ਇੰਨੀ ਮਾੜੀ ਹਾਲਤ ਹੋ ਗਈ। ਮੈਂ ਕਰਦੀ ਹਾਂ ਕੋਈ ਨਾ ਗੱਲ, ਤੂੰ ਰਿੰਕੂ ਨੂੰ ਬੁਲਾ, ਮੈਂ ਹੈਪੀ ਨੂੰ ਬੁਲਾਉਂਦੀ ਹਾਂ। ਠੀਕ ਆ ਭੂਆ। ਹੈਪੀ, ਸਤਿ ਸ਼੍ਰੀ ਅਕਾਲ ਭੂਆ ਜੀ। ਸਤਿ ਸ਼੍ਰੀ ਅਕਾਲ ਭਾਈ, ਸਤਿ ਸ਼੍ਰੀ ਅਕਾਲ। ਹੋਰ ਠੀਕ ਹੋ? ਹਾਂ ਠੀਕ ਹੈ। ਭਾਈ ਆ ਕੀ ਸੁਣਦੀ ਆ ਮੈਂ, ਹੈ ਤੁਸੀਂ ਘਰ ਨੂੰ ਦੋ ਟੁਕੜਿਆਂ 'ਚ ਵੰਡ ਰੱਖਿਆ ਹੈ। ਦੱਸ ਅੱਡ ਹੋਣ ਨੂੰ ਤੁਹਾਨੂੰ ਕੀ ਸੀ? ਉਹ ਮੈਂ ਕੀ ਕਹਾਂ, ਇਹਨਾਂ ਨੂੰ ਥੋੜੀ ਜਿਹੀ ਕਾਹਲੀ ਸੀ ਜ਼ਿਆਦਾ ਅੱਡ ਹੋਣ ਦੀ। ਮੈਂ ਤਾਂ ਇਹਨਾਂ ਨੂੰ ਕੁਝ ਵੀ ਨਹੀਂ ਕਦੇ ਕਿਹਾ ਸੀ ਵੀ ਅੱਡ ਹੋ ਜਾਓ, ਇਹੀ ਆਪ ਵੀ ਅੱਡ ਹੋਏ ਨੇਗੇ। ਭਾਈ ਤੁਸੀਂ ਇੰਨੀ ਗਲਤੀ ਕਿਉਂ ਕੀਤੀ? ਤੁਹਾਨੂੰ ਕੀ ਕਾਹਲੀ ਸੀ ਅੱਡ ਹੋਣ ਦੀ? ਇਕੱਠਿਆਂ ਵਰਗੇ ਤਾਂ ਰੀਸ ਨਹੀਂ ਹੈਗੀ। ਅੱਡ ਹੋ ਕੇ ਤਾਂ ਦੇਖ ਲੈ ਹੁਣ ਕੀ ਬੁਰਾ ਹਾਲ ਹੋਇਆ ਪਿਆ। ਮੈਨੂੰ ਨਿੰਦਰ ਨੇ ਸਾਰੀ ਗੱਲ ਦੱਸਤੀ ਵੀ ਤੁਹਾਡੇ ਹਾਲਾਤ ਕੀ ਨੇ। ਜਦੋਂ ਇਕੱਠੇ ਸੀ ਕਦੇ ਇਹੋ ਜਿਹਾ ਟਾਈਮ ਆਇਆ ਸੀ? ਤੁਹਾਡੇ ਭਰਾ ਨੇ ਤੁਹਾਡੇ ਵਾਸਤੇ ਕੁਝ ਜੋੜਿਆ ਹੀ ਹੈ। ਜੇ ਭਾਈ ਤੁਸੀਂ ਇਹੋ ਜਿਹਾ ਕੁਝ ਕਰਨਾ ਫਿਰ ਮੈਂ ਤਾਂ ਨਹੀਂ ਆਉਂਦੀ। ਤੁਸੀਂ ਭਾਈ ਪਿਆਰ ਰੱਖੋਗੇ ਤਾਂ ਸਭ ਕੁਝ ਹੈ। ਜੇ ਮੇਰੇ ਪੇਕੇ ਹੀ ਨਾ ਖੁਸ਼ ਹੋਏ ਫਿਰ ਮੈਂ ਇੱਥੇ ਆ ਕੇ ਕੀ ਕਰਨਾ? ਕੋਈ ਤੁਸੀਂ ਠੀਕ ਕਹਿੰਦੇ ਹੋ, ਮੈਨੂੰ ਅੱਡ ਹੋ ਕੇ ਪਤਾ ਲੱਗ ਗਿਆ ਜਿਹੜੇ ਸਾਡੇ ਹਾਲਾਤ ਹੋਏ ਨੇ। ਏਕੇ ਵਿੱਚ ਹੀ ਸਾਰਾ ਕੁਝ ਬਰਕਤ ਹੁੰਦੀ ਹੈ। ਮੈਂ ਆਪਦੀ ਗਲਤੀ ਦੀ ਮਾਫੀ ਮੰਗਦੀ ਹਾਂ। ਮੈਂ ਹੀ ਅੱਡ ਹੋਣ ਲਈ ਹੱਥ ਚੱਕੀ ਸੀਗੀ। ਦੀਦੀ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦੀ ਹਾਂ। ਵੀਰ ਜੀ ਮੈਂ ਤੁਹਾਡੇ ਤੋਂ ਵੀ ਮਾਫੀ ਮੰਗਦੀ ਹਾਂ। ਹੁਣ ਆਪਾਂ ਨੇ ਅੱਡ ਨਹੀਂ ਰਹਿਣਾ, ਆਪਾਂ ਇਕੱਠੇ ਰਹਾਂਗੇ। ਮਾਫੀ ਦੀ ਤਾਂ ਕੋਈ ਗੱਲ ਨਹੀਂ, ਨਾਲ ਦੇ ਜੰਮੇ ਕਦੇ ਅੱਡ ਨਹੀਂ ਹੁੰਦੇ। ਸਾਡਾ ਤਾਂ ਦਿਲੋਂ ਪਹਿਲਾਂ ਵੀ ਉਨਾ ਹੀ ਪਿਆਰ ਸੀ, ਹੁਣ ਵੀ ਉਨਾ ਹੀ ਪਿਆਰ ਆ। ਭਾਂਡੇ ਵੰਡਣ ਨਾਲ ਕਿਤੇ ਕੋਈ ਅੱਡ ਨਹੀਂ ਹੁੰਦਾ, ਪਰ ਤੁਹਾਨੂੰ ਪਤਾ ਲੱਗ ਗਿਆ ਵੀ ਇਕੱਠੇ ਰਹਿਣ ਨਾਲ ਸਭ ਕੁਝ ਆ। ਜੇ ਅੱਡੋ ਅੱਡ ਹੋ ਜਾਗੇ ਆਪਾਂ ਤਾਂ ਕੁਝ ਨਹੀਂ ਆਪਣੇ ਪੱਲੇ। ਇਸ ਲਈ ਸਾਰੇ ਇਕੱਠੇ ਰਹਿਣ 'ਚ ਹੀ ਸਾਰਿਆਂ ਦੀ ਭਲਾਈ ਹੈ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਾਡਾ ਵੀਡੀਓ ਦੇ ਵਿੱਚ ਇਹੀ ਮੈਸੇਜ ਹੈ ਵੀ ਕਦੇ ਵੀ ਅੱਡੋ ਫਾਟੀ ਨਾ ਹੋਵੋ, ਸਗੋਂ ਘਰ ਦੇ ਵਿੱਚ ਪਿਆਰ ਬਣਾ ਕੇ ਰੱਖੋ। ਜੇਕਰ ਤੁਹਾਨੂੰ ਇਹ ਸਾਡੀ ਵੀਡੀਓ ਵਧੀਆ ਲੱਗਦੀ ਹੈ ਤਾਂ ਇਹਨੂੰ ਵੱਧ ਤੋਂ ਵੱਧ ਲਾਈਕ ਕਰੋ, ਸ਼ੇਅਰ ਕਰੋ, ਕਮੈਂਟਸ ਕਰੋ ਤੇ ਇਸ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਜੀ। ਚੰਗਾ ਜੀ, ਸਤਿ ਸ਼੍ਰੀ ਅਕਾਲ।